ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਡਿਫਰੈਂਟ ਟਾਈਪਸ ਆਫ ਵੇਵਸ। ਇਲੈਕਟ੍ਰੋਨਿਕਸ ਦੇ ਵਿੱਚ ਸਾਨੂੰ ਵੱਖ-ਵੱਖ ਸਿਗਨਲਸ ਦੀ ਵੱਖ-ਵੱਖ ਫ੍ਰੀਕੁਐਂਸੀ ਦੇ ਸਿਗਨਲਸ ਦੀ ਜ਼ਰੂਰਤ ਰਹਿੰਦੀ ਹੈ। ਇਹਨਾਂ ਸਿਗਨਲਸ ਨੂੰ ਹੀ ਵੇਵਸ ਕਿਹਾ ਜਾਂਦਾ ਹੈ ਜਾਂ ਫਿਰ ਇਹਨਾਂ ਨੂੰ ਸਿਗਨਲ ਵੇਵਫਾਰਮ, ਇਲੈਕਟ੍ਰੀਕਲ ਵੇਵਫਾਰਮ ਵੀ ਕਿਹਾ ਜਾਂਦਾ ਹੈ। ਇਹ ਵੇਵਸ ਤੁਸੀਂ ਸੁਣੀਆਂ ਹੋਣਗੀਆਂ ਅਲੱਗ-ਅਲੱਗ ਨਾਮ ਨਾਲ, ਸਾਈਨ ਵੇਵ, ਸਕੇਅਰ ਵੇਵ, ਟ੍ਰਾਇੰਗੂਲਰ ਵੇਵ, ਸਾਤੁੱਤ ਵੇਵ, ਪਲਸ ਵੇਵ। ਇਹ ਵੇਵ ਫਾਰਮਸ ਅਲੱਗ-ਅਲੱਗ ਕੰਮਾਂ ਦੇ ਲਈ ਇਲੈਕਟ੍ਰੋਨਿਕ ਸਰਕਿਟਸ ਵਿੱਚ ਵਰਤੀਆਂ ਜਾਂਦੀਆਂ ਨੇ, ਜਿਵੇਂ ਕਿ ਟਾਈਮਿੰਗ ਸਿਗਨਲ ਦੇਣ ਲਈ, ਕਲੌਕ ਸਿਗਨਲ ਲਈ, ਟ੍ਰਿਗਰ ਪਲਸ ਦੇਣ ਲਈ। ਬੇਸਿਕਲੀ ਵੇਵ ਹੁੰਦੀ ਕੀ ਹੈ? ਜਦੋਂ ਅਸੀਂ ਵੋਲਟੇਜ ਜਾਂ ਕਰੰਟ ਨੂੰ ਗ੍ਰਾਫ ਤੇ ਪਲਾਟ ਕਰੀਏ ਵਰਸਿਸ ਟਾਈਮ, ਇੱਕ ਐਕਸਿਸ ਤੇ ਅਸੀਂ ਟਾਈਮ ਲੈ ਲਈਏ, ਦੂਸਰੀ ਐਕਸਿਸ ਤੇ ਅਸੀਂ ਵੋਲਟੇਜ ਜਾਂ ਕਰੰਟ ਲੈ ਲਈਏ, ਅਗਰ ਅਸੀਂ ਇੱਕ ਗ੍ਰਾਫ ਪਲਾਟ ਕਰੀਏ ਇਹਨਾਂ ਦਾ, ਤਾਂ ਜਿਹੜੀ ਡਰਾਇੰਗ ਔਰ ਸ਼ੇਪ ਬਣ ਕੇ ਆਊਗੀ ਉਹਨੂੰ ਕਿਹਾ ਜਾਂਦਾ ਹੈਗਾ ਵੇਵ ਫਾਰਮ। ਜਿੱਦਾਂ ਅਸੀਂ ਕਹਿੰਦੇ ਆ ਕਿ ਸਾਡੇ ਘਰ 'ਚ ਸਾਈਨ ਵੇਵ ਆਉਂਦੀ ਹੈ, ਅਗਰ ਉਸ ਵੇਵ ਫਾਰਮ ਨੂੰ ਮੈਂ CRO ਤੇ ਦੇਖਣਾ ਹੋਵੇ ਤਾਂ ਮੈਨੂੰ ਉਹਦੀ ਐਕਚੁਅਲ ਡਰਾਇੰਗ, ਐਕਚੁਅਲ ਸ਼ੇਪ ਪਤਾ ਲੱਗ ਜੂਗੀ। ਸੋ ਇਸ ਟੌਪਿਕ ਦੇ ਵਿੱਚ ਆਪਾਂ ਵੱਖ-ਵੱਖ ਵੇਵਸ ਕਿਹੜੀਆਂ ਹੁੰਦੀਆਂ ਨੇ ਤੇ ਉਹਨਾਂ ਦਾ ਐਂਪਲੀਟਿਊਡ, ਟਾਈਮ ਪੀਰੀਅਡ ਕੀ ਹੁੰਦਾ ਹੈ ਤੇ ਉਹ ਵੇਵ ਫਾਰਮ ਕਿੱਥੇ ਵਰਤੀ ਜਾਂਦੀ ਹੈ, ਕਿੱਦਾਂ ਦੀ ਦਿਖਾਈ ਦਿੰਦੀ ਹੈ, ਇਹ ਸਭ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਿਰਫ ਡੈਫੀਨੇਸ਼ਨ ਲਿਖਣੀ ਹੈ ਕਿ ਇਹਨਾਂ ਨੂੰ ਸਿਗਨਲ ਵੇਵ ਫਾਰਮ, ਇਲੈਕਟ੍ਰੀਕਲ ਵੇਵ ਫਾਰਮ ਕਿਹਾ ਜਾਂਦਾ ਹੈ। ਇਹ ਕਈ ਕਿਸਮ ਦੀਆਂ ਨੇ, ਸਾਈਨ ਵੇਵ, ਸਕੇਅਰ ਵੇਵ, ਟ੍ਰਾਇੰਗੂਲਰ ਵੇਵ ਐਂਡ ਸੋ ਔਨ। ਇਹਨਾਂ ਦੀ ਵਰਤੋਂ ਵੱਖ-ਵੱਖ ਇਲੈਕਟ੍ਰੀਕਲ ਸਰਕਿਟਸ ਦੇ ਵਿੱਚ, ਇਲੈਕਟ੍ਰੋਨਿਕ ਦੇ ਡਿਵਾਈਸਿਸ ਦੇ ਵਿੱਚ ਟਾਈਮਿੰਗ ਸਿਗਨਲ ਦੇਣ ਲਈ, ਕਲੌਕ ਸਿਗਨਲ ਦੇਣ ਲਈ, ਟ੍ਰਿਗਰ ਪਲਸ ਦੇਣ ਲਈ ਜਾਂ ਹੋਰ ਵੀ ਸਪਾਈਕ ਪਲਸਿਸ ਦੇਣ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੇਸਿਕਲੀ ਇੱਕ ਵੇਵ ਉਹ ਡਰਾਇੰਗ ਔਰ ਸ਼ੇਪ ਹੈ ਜਿਹੜੀ ਕਰੰਟ ਔਰ ਵੋਲਟੇਜ ਨੂੰ ਅਗਰ ਟਾਈਮ ਦੇ ਵਿਦ ਰਿਸਪੈਕਟ ਆਪਾਂ ਪਲਾਟ ਕਰੀਏ, ਜਿਹੜੀ ਉਹ ਡਰਾਇੰਗ ਬਣ ਕੇ ਆਉਂਦੀ ਹੈ ਨਾ, ਉਸ ਨੂੰ ਵੇਵ ਕਿਹਾ ਜਾਂਦਾ। ਸੋ ਨੈਕਸਟ ਆਪਾਂ ਇਸ ਦੀਆਂ ਟਾਈਪਸ ਕਰਦੇ ਹਾਂ। ਇਹ 2 ਟਾਈਪਸ ਦੀਆਂ ਨੇ, ਯੂਨੀ ਡਾਇਰੈਕਸ਼ਨਲ ਐਂਡ ਬਾਈ ਡਾਇਰੈਕਸ਼ਨਲ। ਯੂਨੀ ਡਾਇਰੈਕਸ਼ਨਲ ਉਹ ਵੇਵ ਫਾਰਮਸ ਹੁੰਦੀਆਂ ਜਦੋਂ ਆਪਾਂ ਇਹਦੀ ਪਲਾਟਿੰਗ ਕਰਦੇ ਹਾਂ ਐਂਪਲੀਟਿਊਡ ਦੀ ਵਿਦ ਰਿਸਪੈਕਟ ਟੂ ਟਾਈਮ। ਜਾਂ ਤਾਂ ਇਹ ਆਪਾਂ ਨੂੰ ਜਿਵੇਂ ਪਤਾ ਹੀ ਹੈ ਪੋਜ਼ਿਟਿਵ ਸਾਈਡ ਹੁੰਦੀ ਹੈ, ਨੈਗੇਟਿਵ ਸਾਈਡ। ਯੂਨੀ ਡਾਇਰੈਕਸ਼ਨਲ ਜਿਹੜੀ ਵੇਵ ਹੈ ਜਾਂ ਤਾਂ ਉਹ ਸਿਰਫ ਪੋਜ਼ਿਟਿਵ ਹੋਏਗੀ ਜਾਂ ਫਿਰ ਉਹ ਇੱਥੇ ਹੋਏਗੀ ਨੈਗੇਟਿਵ 'ਚ। ਉਹ ਕਦੇ ਵੀ ਇਹ ਜ਼ੀਰੋ ਐਕਸਿਸ ਨੂੰ ਕ੍ਰਾਸ ਨਹੀਂ ਕਰੇਗੀ। ਯੂਨੀ ਡਾਇਰੈਕਸ਼ਨਲ ਮੀਨਸ ਇੱਕੋ ਦਿਸ਼ਾ ਦੇ ਵਿੱਚ ਜਾਂ ਤਾਂ ਸਿਰਫ ਉਹ ਪੋਜ਼ਿਟਿਵ ਹੋਏਗੀ ਜਾਂ ਫਿਰ ਸਿਰਫ ਨੈਗੇਟਿਵ ਹੋਏਗੀ। ਇਹਦੀ ਐਗਜ਼ਾਮਪਲ ਹੈ ਸਕੇਅਰ ਵੇਵ ਐਂਡ ਰੈਕਟੈਂਗੂਲਰ ਵੇਵ। ਸੈਕਿੰਡ ਟਾਈਪ ਹੈ ਬਾਈ ਡਾਇਰੈਕਸ਼ਨਲ। ਜਿਵੇਂ ਕਿ ਮੈਂ ਵੇਵ ਫਾਰਮ ਦਿਖਾਈ ਹੈ ਸਾਈਨ ਵੇਵ, ਇਹ ਇੱਥੋਂ ਪੋਜ਼ਿਟਿਵ ਤੋਂ ਸ਼ੁਰੂ ਹੋਈ, ਕੰਪਲੀਟ ਕੀਤਾ ਪੋਜ਼ਿਟਿਵ, ਜ਼ੀਰੋ ਐਕਸਿਸ ਨੂੰ ਕ੍ਰਾਸ ਕਰਕੇ ਨੈਗੇਟਿਵ, ਜਿਹੜੀ ਦੋਨੋਂ ਦਿਸ਼ਾ ਦੇ ਵਿੱਚ ਜਾਂਦੀ ਹੈ, ਪੋਜ਼ਿਟਿਵ ਵੀ ਨੈਗੇਟਿਵ ਵੀ, ਫਿਰ ਪੋਜ਼ਿਟਿਵ ਆ ਜਾਏਗੀ, ਨੈਗੇਟਿਵ ਆ ਜਾਏਗੀ। ਉਹ ਵੇਵ ਫਾਰਮ ਜਿਹੜੀ ਦੋਨੋਂ ਦਿਸ਼ਾ ਦੇ ਵਿੱਚ ਜਾਂਦੀ ਹੈ, ਜ਼ੀਰੋ ਐਕਸਿਸ ਨੂੰ ਕ੍ਰਾਸ ਕਰਦੀ ਹੈ ਬਾਰ-ਬਾਰ, ਉਹ ਬਾਈ ਡਾਇਰੈਕਸ਼ਨਲ ਵੇਵ ਫਾਰਮ ਹੁੰਦੀ ਹੈ। ਇਹਦੀ ਐਗਜ਼ਾਮਪਲ ਹੈ ਸਾਈਨ ਵੇਵ ਐਂਡ ਟ੍ਰਾਇੰਗੂਲਰ ਵੇਵ। ਹੁਣ ਆਪਾਂ ਕਰਾਂਗੇ ਕਰੈਕਟਰਿਸਟਿਕਸ। ਵੇਵ ਫਾਰਮ ਕੋਈ ਵੀ ਹੋਵੇ ਲੇਕਿਨ ਕੁਝ ਕਰੈਕਟਰਿਸਟਿਕਸ ਨੂੰ ਸਮਝਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਪੀਰੀਅਡ। ਜਿੱਦਾਂ ਕਿ ਮੈਂ ਐਗਜ਼ਾਮਪਲ ਲੈਂਦੀ ਹਾਂ ਸਾਈਨ ਵੇਵ, ਐਂਪਲੀਟਿਊਡ ਵਰਸਿਸ ਟਾਈਮ ਇੱਕ ਸਾਈਨ ਵੇਵ ਹੈ, ਇੱਕ ਵੇਵ ਫਾਰਮ ਬਣਾਈ ਹੈ। ਟਾਈਮ ਪੀਰੀਅਡ ਵੀ ਇਸ ਨੂੰ ਕਿਹਾ ਜਾਂਦਾ ਹੈ। ਟਾਈਮ ਪੀਰੀਅਡ ਨੂੰ T ਦੇ ਨਾਲ ਡੋਨੇਟ ਕੀਤਾ ਜਾਂਦਾ ਹੈ। ਇੱਕ ਵੇਵ ਫਾਰਮ ਨੂੰ ਸ਼ੁਰੂ ਹੋ ਕੇ ਖਤਮ ਹੋਣ ਤੱਕ ਜਿੰਨਾ ਸਮਾਂ ਲੱਗਦਾ ਹੈ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਟਾਈਮ ਪੀਰੀਅਡ। ਇਹ ਟਾਈਮ ਸੈਕਿੰਡਸ 'ਚ ਹੋ ਸਕਦਾ ਹੈ, ਮਿਲੀ ਸੈਕਿੰਡਸ 'ਚ ਵੀ ਹੋ ਸਕਦਾ ਹੈ, ਮਾਈਕਰੋ ਸੈਕਿੰਡਸ 'ਚ ਵੀ ਹੋ ਸਕਦਾ ਹੈ। ਪੀਰੀਅਡ ਦੀ ਜੇ ਆਪਾਂ ਡੈਫੀਨੇਸ਼ਨ ਲਿਖਣੀ ਹੋਵੇ, ਇਸ ਨੂੰ ਪੀਰੀਓਡਿਕ ਟਾਈਮ ਜਾਂ ਫਿਰ ਟਾਈਮ ਪੀਰੀਅਡ ਵੀ ਕਿਹਾ ਜਾਂਦਾ ਹੈ। ਇੱਕ ਵੇਵ ਫਾਰਮ ਨੂੰ ਸ਼ੁਰੂ ਹੋ ਕੇ ਇੱਕ ਚੱਕਰ ਪੂਰਾ ਕਰਕੇ ਖਤਮ
ਹੋਣ ਤੱਕ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ t ਦੇ ਨਾਲ ਡੋਨੇਟ ਕੀਤਾ ਜਾਂਦਾ ਹੈ। ਸਕੇਅਰ ਵੇਵਫਾਰਮ ਚ ਇਸ ਨੂੰ ਪਲਸ ਵਿਡਥ ਕਿਹਾ ਜਾਂਦਾ ਹੈ। ਸਾਈਨ ਵੇਵਫਾਰਮ ਚ ਇਸ ਨੂੰ t ਟਾਈਮ ਪੀਰੀਅਡ ਕਿਹਾ ਜਾਂਦਾ ਹੈ। ਸਿਰਫ ਇੱਕ ਸਾਈਕਲ, ਇਹ ਹੁੰਦਾ ਇੱਕ ਸਾਈਕਲ, ਇੱਕ ਪੋਜ਼ਿਟਿਵ ਤੇ ਨੈਗੇਟਿਵ ਨੂੰ ਇੱਕ ਪੂਰਾ ਕਰ ਲਿਆ ਜਦੋਂ। ਨੈਕਸਟ ਆਪਾਂ ਕਰਦੇ ਹਾਂ ਫ੍ਰੀਕੁਐਂਸੀ। ਫ੍ਰੀਕੁਐਂਸੀ ਹੁੰਦੀ ਹੈ ਕਿ 1 ਸੈਕਿੰਡ ਚ ਤੁਹਾਡੀ ਵੇਵਫਾਰਮ ਨੇ ਕਿੰਨੇ ਚੱਕਰ ਲਗਾਏ। ਜਿੱਦਾਂ ਆਪਣੇ ਘਰੇ ਜਿਹੜੀ ਸਪਲਾਈ ਆਉਂਦੀ ਹੈ ਨਾ, ਉਹ ਹੁੰਦੀ ਹੈ 50 ਹਰਟਜ਼ ਫ੍ਰੀਕੁਐਂਸੀ ਦੀ। ਇਹਦਾ ਮਤਲਬ ਹੈ ਕਿ 1 ਸਕਿੰਟ ਚ ਜਿਹੜੀ ਸਾਡੀ ਘਰੇ ਏਸੀ ਸਪਲਾਈ ਆਉਂਦੀ ਹੈ ਨਾ, ਉਹ ਏਦਾਂ ਚੱਕਰ ਕੱਢਦੀ ਹੈ। ਕਿੰਨੇ ਚੱਕਰ ਲਾਉਂਦੀ ਹੈ? 50। 1 ਸੈਕਿੰਡ ਚ ਜਿੰਨੇ ਚੱਕਰ ਸਾਡੀ ਵੇਵਫਾਰਮ ਕੰਪਲੀਟ ਕਰਦੀ ਹੈ, ਜਿੰਨੇ ਸਾਈਕਲ ਪੂਰੇ ਕਰਦੀ ਹੈ, ਉਸ ਨੂੰ ਫ੍ਰੀਕੁਐਂਸੀ ਕਿਹਾ ਜਾਂਦਾ ਹੈ। ਫ੍ਰੀਕੁਐਂਸੀ ਦੇ ਯੂਨਿਟ ਹੁੰਦੇ ਹੈ ਹਰਟਜ਼, HERTZ। ਇਸ ਨੂੰ ਲਿਖਿਆ ਜਾਂਦਾ ਹੈ ਏਦਾਂ। ਫ੍ਰੀਕੁਐਂਸੀ ਦਾ ਫਾਰਮੂਲਾ ਹੁੰਦਾ ਹੈ 1/t। t ਕੀ ਹੈ? ਟਾਈਮ ਪੀਰੀਅਡ, ਜਿਹੜਾ ਆਪਾਂ ਫਸਟ ਡੈਫੀਨੇਸ਼ਨ ਚ ਕੀਤਾ ਹੈ। ਸੋ ਇਹ ਹੋ ਗਈ ਫ੍ਰੀਕੁਐਂਸੀ। ਥਰਡ ਹੈਗਾ ਐਂਪਲੀਟਿਊਡ। ਜਿੱਦਾਂ ਸਾਡੇ ਘਰੇ ਜਿਹੜੀ ਸਪਲਾਈ ਆਉਂਦੀ ਹੈ ਨਾ, ਉਹ 220 ਵੋਲਟ ਹੁੰਦੀ ਹੈ, ਏਦਾਂ ਹੁੰਦੀ ਹੈ। ਫ੍ਰੀਕੁਐਂਸੀ ਤਾਂ ਆਪਾਂ ਕਰ ਲਈ। ਇਹ ਹੈਗਾ ਐਂਪਲੀਟਿਊਡ, ਵੀ ਜਿਹੜੀ ਉਸਦੀ ਉਚਾਈ ਹੈ ਨਾ ਇੱਥੇ, ਵੀ ਕਿੰਨੇ ਵੋਲਟ ਆਉਂਦੀ ਹੈ, ਉਹ ਕੀ ਹੈ? 220। ਜਿੱਦਾਂ ਕਿ ਇੰਡਸਟਰੀ ਦੇ ਵਿੱਚ ਜਿਹੜੀ ਸਪਲਾਈ ਜਾਂਦੀ ਹੈ, ਉੱਥੇ ਜ਼ਿਆਦਾ ਵੱਡੀਆਂ ਮਸ਼ੀਨਾਂ ਕੰਮ ਕਰਦੀਆਂ, ਵੱਧ ਵੋਲਟੇਜ ਚਾਹੀਦੀ ਹੁੰਦੀ ਹੈ, ਉਹ ਹੁੰਦੀ ਹੈ 440। ਸੋ ਐਂਪਲੀਟਿਊਡ ਹੁੰਦਾ ਹੈ ਤੁਹਾਡੀ ਵੇਵਫਾਰਮ ਦੀ ਉਚਾਈ ਕਿੰਨੀ ਹੈ, ਕਿੰਨਾ ਵੋਲਟੇਜ ਇਹ ਕਰੰਟ ਹੈ, 220। ਸੋ ਇਹ ਸੀਗੀਆਂ 3 ਡੈਫੀਨੇਸ਼ਨ ਦੇ ਰੂਪ ਵਿੱਚ ਵੀ ਇਹ ਆ ਸਕਦੀਆਂ, ਜਾਂ ਫਿਰ ਆਪਾਂ ਇਹਨੂੰ ਕਹਿ ਸਕਦੇ ਹਾਂ ਕਰੈਕਟਰਿਸਟਿਕਸ ਆਫ ਵੇਵਫਾਰਮ। ਹੁਣ ਆਪਾਂ ਟਾਈਪਸ ਕਰਦੇ ਹਾਂ। ਹੁਣ ਆਪਾਂ ਇਸ ਦੀਆਂ ਵੱਖ-ਵੱਖ ਟਾਈਪਸ ਕਰਦੇ ਹਾਂ। ਫਸਟ ਆਪਾਂ ਕਰਦੇ ਹਾਂ ਸਾਈਨ ਵੇਵ। ਸਾਈਨ ਵੇਵ, ਜਿਵੇਂ ਮੈਂ ਇੱਕ ਤੁਹਾਨੂੰ ਦੱਸਿਆ, ਆਪਣੇ ਘਰ ਵਿੱਚ ਜਿਹੜੀ ਏਸੀ ਮੇਨ ਸਪਲਾਈ ਆਉਂਦੀ ਹੈ, ਉਹ ਵੀ ਸਾਈਨ ਵੇਵ ਹੀ ਹੈ। ਇਸ ਤੋਂ ਬਿਨਾਂ ਸਾਈਨ ਵੇਵ ਹੋਰ ਵੀ ਬਹੁਤ ਸਾਰੇ ਸਰਕਿਟਸ ਦੇ ਵਿੱਚ ਵਰਤੀ ਜਾਂਦੀ ਹੈ। ਇਸ ਦੀ ਇਹ ਸਟਰਕਚਰ ਹੈ, ਸ਼ੇਪ ਹੈ। ਐਂਪਲੀਟਿਊਡ ਕਿਹਦੇ ਨਾਲ ਪਲਾਟ ਕੀਤਾ ਆਪਾਂ? ਵਿਦ ਰਿਸਪੈਕਟ ਟੂ ਟਾਈਮ। ਟਾਈਮ ਨੂੰ ਸਮਾਲ t ਨਾਲ ਰਿਪਰੈਜ਼ੈਂਟ ਕੀਤਾ ਹੈ। ਇਹ ਸਾਈਨ ਵੇਵ ਪੋਜ਼ਿਟਿਵ ਹਾਫ ਸਾਈਕਲ, ਫਿਰ ਨੈਗੇਟਿਵ ਹਾਫ ਸਾਈਕਲ। ਇੱਥੇ ਆਪਾਂ ਕਹਿੰਦੇ ਆ ਕਿ 1 ਸਾਈਕਲ ਪੂਰਾ ਹੋ ਜਾਂਦਾ ਹੈ। 1 ਸਾਈਕਲ ਪੂਰਾ ਹੋਣ ਦੇ ਨਾਲ ਮੈਂ ਕਹੂੰਗੀ ਵੀ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਕੀ ਹੈ? t ਦੇ ਨਾਲ ਆਪਾਂ ਰਿਪਰੈਜ਼ੈਂਟ ਕਰਦੇ ਆ। ਜਿਵੇਂ ਮੈਂ ਇਹ ਵੇਵਫਾਰਮ ਬਣਾਈ ਹੈ, ਜੇ ਮੈਂ ਇਹਦਾ ਟਾਈਮ ਪੀਰੀਅਡ ਪੂਰੀ ਦਾ ਦੱਸਣਾ ਹੋਵੇ ਤਾਂ ਕਿੰਨਾ ਹੋ ਜਾਊਗਾ? 2t, ਕਿਉਂਕਿ 2 ਵੇਵਫਾਰਮਸ ਨੇ। ਆਪਾਂ ਇੱਕ ਨੂੰ ਹੀ ਸਮਝ ਕੇ ਚੱਲਦੇ ਹਾਂ ਕਿ ਇੱਕ ਕੰਪਲੀਟ ਵੇਵਫਾਰਮ ਨੂੰ ਅਗਰ ਆਪਾਂ ਇਸ ਦਾ ਟਾਈਮ ਪੀਰੀਅਡ ਦੇਖਣਾ ਹੋਵੇ ਤਾਂ ਮੰਨਿਆ ਜਾਂਦਾ t ਦੇ ਨਾਲ। ਇੱਥੋਂ ਇਹ ਸ਼ੁਰੂ ਹੋਈ 0 ਡਿਗਰੀ, 180 ਡਿਗਰੀ, 360 ਡਿਗਰੀ, ਇੱਥੇ ਕੰਪਲੀਟ ਹੋ ਗਈ। ਇਸ ਦਾ ਇੱਕ ਪੋਜ਼ਿਟਿਵ ਹਾਫ ਸਾਈਕਲ ਹੁੰਦਾ, ਇੱਕ ਨੈਗੇਟਿਵ ਹਾਫ ਸਾਈਕਲ ਹੁੰਦਾ ਹੈ। ਇਹ 0 ਐਕਸਿਸ ਨੂੰ ਕ੍ਰਾਸ ਕਰਦੀ ਰਹਿੰਦੀ ਹੈ। ਇਹ ਸੀ ਸਾਈਨ ਵੇਵ। ਨੈਕਸਟ ਹੈ ਸਕੇਅਰ ਵੇਵ। ਸਕੇਅਰ ਵੇਵ ਆਪਣੀ ਯੂਨੀ ਡਾਇਰੈਕਸ਼ਨਲ ਹੈ। ਇਹ ਹੈਗੀ ਹੈ ਪੋਜ਼ਿਟਿਵ ਸਕੇਅਰ ਵੇਵ। ਇਹ 0 ਐਕਸਿਸ ਹੈ, ਇਹ ਪੋਜ਼ਿਟਿਵ ਹੈ, ਇੱਧਰ ਹੈਗਾ ਆਪਣਾ ਨੈਗੇਟਿਵ। ਅਗਰ ਮੈਂ ਪੋਜ਼ਿਟਿਵ ਸਕੇਅਰ ਵੇਵ ਬਣਾ ਰਹੀ ਹਾਂ ਤਾਂ ਇੱਧਰ ਬਣੇਗੀ, ਨੈਗੇਟਿਵ ਬਣਾਉਣੀ ਹੈ ਤਾਂ 0 ਦੇ ਦੂਸਰੀ ਸਾਈਡ ਬਣੇਗੀ, ਨੈਗੇਟਿਵ ਵਾਲੀ ਸਾਈਡ ਤੇ। ਸਕੇਅਰ ਵੇਵ ਦੇ ਵਿੱਚ ਇੱਕ ਵੇਵ ਕਿੱਥੋਂ ਤੋਂ ਕਿੱਥੇ ਤੱਕ ਕੰਸੀਡਰ ਹੋਏਗੀ? ਪੋਜ਼ਿਟਿਵ ਹਾਫ ਸਾਈਕਲ ਤੋਂ ਲੈ ਕੇ ਇੱਥੇ ਤੱਕ। ਇਹ ਸਾਡਾ ਇੱਕ ਸਾਈਕਲ ਬਣ ਗਿਆ, 1 ਸਾਈਕਲ। ਇਹ ਹੈਗਾ ਪੋਜ਼ਿਟਿਵ ਹਾਫ ਸਾਈਕਲ, ਇਹ ਹੈਗਾ ਨੈਗੇਟਿਵ। ਦੋਨਾਂ ਦੀ ਜਿਹੜੀ ਵਿਡਥ ਹੈ ਨਾ, ਉਹ ਬਰਾਬਰ ਹੈ। ਇਸ ਵਿਡਥ ਨੂੰ ਕਿਹਾ ਜਾਂਦਾ ਹੈ ਪਲਸ ਵਿਡਥ। ਮੈਂ ਡਿਟੇਲ ਦੇ ਵਿੱਚ ਨੋਟਸ 'ਚ ਲਿਖਿਆ ਹੋਇਆ ਹੈ, ਇੱਥੇ ਲਿਖਣਾ ਪੂਰਾ ਪੋਸੀਬਲ ਨਹੀਂ, ਇਸ ਲਈ ਮੈਂ ਸ਼ਾਰਟ 'ਚ ਲਿਖ ਰਹੀ ਹਾਂ ਕਿ ਇਸ ਚੌੜਾਈ ਨੂੰ ਕਿਹਾ ਜਾਂਦਾ ਹੈ ਪਲਸ ਵਿਡਥ। ਔਰ ਇਹ ਹੈਗਾ ਐਂਪਲੀਟਿਊਡ, ਇਹ ਹੈਗਾ ਐਂਪਲੀਟਿਊਡ ਵੇਵਫਾਰਮ ਦਾ। ਉਸ ਤੋਂ ਬਿਨਾਂ ਇਸ ਜੋ ਇਹ ਉੱਪਰ ਨੂੰ ਜਦੋਂ ਵੇਵਫਾਰਮ ਜਾਂਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਰਾਈਜ਼ਿੰਗ ਜਾਂ ਲੀਡਿੰਗ ਐਜ। ਰਾਈਜ਼ਿੰਗ ਔਰ ਲੀਡਿੰਗ ਐਜ। ਔਰ ਇਸ ਨੂੰ ਕਿਹਾ ਜਾਂਦਾ ਹੈ ਜਦੋਂ ਵੇਵਫਾਰਮ ਨੈਗੇਟਿਵ ਵਾਲੀ ਸਾਈਡ ਜਾਂਦੀ ਹੈ, ਇਸ ਸਾਈਡ ਨੂੰ, ਇਹ ਆਪਣਾ ਹੁੰਦਾ ਹੈ ਫਾਲਿੰਗ ਔਰ ਟ੍ਰੇਲਰਿੰਗ ਐਜ। ਇਹ ਹੋ ਗਿਆ ਫਾਲਿੰਗ,
ਭਾਵ ਨੀਚੇ ਨੂੰ ਆ ਰਹੀ ਹੈ। ਜਦੋਂ ਵੇਵਫਾਰਮ ਉੱਪਰ ਨੂੰ ਜਾਣੀ ਸ਼ੁਰੂ ਹੁੰਦੀ ਹੈ ਇਹਨੂੰ ਕਿਹਾ ਜਾਂਦਾ ਹੈ ਰਾਈਜ਼ਿੰਗ। ਰਾਈਜ਼ਿੰਗ ਦਾ ਦੂਸਰਾ ਨਾਮ ਹੈ ਲੀਡਿੰਗ, ਇਹ ਹੈਗਾ ਟ੍ਰੇਲਰਿੰਗ। ਸੋ ਇਹ ਸੀਗੀ ਸਾਡੀ ਸਕੇਅਰ ਵੇਵ। ਨੈਕਸਟ ਵੇਵਫਾਰਮ ਹੈ ਰੈਕਟੈਂਗੂਲਰ ਵੇਵਫਾਰਮ। ਇਹ ਕਾਫੀ ਹੱਦ ਤੱਕ ਸਾਡੀ ਸਕੇਅਰ ਵੇਵ ਨਾਲ ਮਿਲਦੀ ਜੁਲਦੀ ਹੈ। ਫਰਕ ਇਹ ਹੈ ਸਕੇਅਰ ਵੇਵ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਦੀ ਜਿਹੜੀ ਚੌੜਾਈ ਸੀ ਉਹ ਬਰਾਬਰ ਸੀ। ਇਹਦੇ ਵਿੱਚ ਪੋਜ਼ਿਟਿਵ ਸਾਈਕਲ ਦੀ ਚੌੜਾਈ ਘੱਟ ਹੈ, ਨੈਗੇਟਿਵ ਦੀ ਵੱਧ ਹੈ। ਇਸੇ ਕਰਕੇ ਇਸ ਨੂੰ ਰੈਕਟੈਂਗੂਲਰ ਵੇਵਫਾਰਮ ਕਿਹਾ ਜਾਂਦਾ ਹੈ। ਇਸ ਦਾ ਇੱਕ ਸਾਈਕਲ ਕਿੰਨਾ ਹੋਏਗਾ, ਪੋਜ਼ਿਟਿਵ ਤੋਂ ਲੈ ਕੇ ਨੈਗੇਟਿਵ ਤੱਕ। ਟੀ ਨਾਲ ਡੋਨੇਟ ਕਰਦੇ ਆ। ਇਸ ਦੀ ਪਲਸ ਵਿਡਥ ਕਿੰਨੀ ਹੈ, ਜਿੰਨੀ ਸਾਡਾ ਪੋਜ਼ਿਟਿਵ ਹਾਫ ਸਾਈਕਲ ਹੈ ਇਹ ਇਸ ਦੀ ਕੀ ਹੈ, ਪਲਸ ਵਿਡਥ। ਐਂਪਲੀਟਿਊਡ ਇੰਨਾ, ਜਿੰਨੀ ਸਾਡੀ ਵੇਵਫਾਰਮ ਦੀ ਉਚਾਈ ਹੈ। ਬਾਕੀ ਲੀਡਿੰਗ ਔਰ ਟ੍ਰੇਲਰਿੰਗ ਐਚ ਬਿਲਕੁਲ ਉਹਦੀ ਤਰ੍ਹਾਂ ਹੀ ਸੇਮ ਨੇ। ਜਦੋਂ ਸਾਡੀ ਵੇਵਫਾਰਮ ਉੱਪਰ ਨੂੰ ਜਾਏਗੀ ਤਾਂ ਇਹਨੂੰ ਰਾਈਜ਼ਿੰਗ ਐਜ ਕਿਹਾ ਜਾਂਦਾ ਹੈ। ਜਦੋਂ ਸਾਡੀ ਵੇਵਫਾਰਮ ਨੈਗੇਟਿਵ ਵਾਲੀ ਸਾਈਡ ਨੂੰ ਆਊਗੀ ਤਾਂ ਇਸ ਨੂੰ ਫਾਲਿੰਗ ਐਜ ਕਿਹਾ ਜਾਂਦਾ ਹੈ। ਰਾਈਜ਼ ਤੋਂ ਭਾਵ ਉੱਪਰ ਜਾਣਾ, ਫਾਲ ਤੋਂ ਭਾਵ ਨੀਚੇ ਆਉਣਾ। ਇਹਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਜਦੋਂ ਵੇਵਫਾਰਮ ਸ਼ੁਰੂ ਹੋਈ ਰਾਈਜ਼ਿੰਗ ਐਜ, ਜਦੋਂ ਵੇਵਫਾਰਮ ਨੈਗੇਟਿਵ ਵੱਲ ਆਈ ਫਾਲਿੰਗ ਐਜ। ਨੈਕਸਟ ਹੈ ਟ੍ਰਾਇੰਗੂਲਰ ਵੇਵਫਾਰਮ। ਟ੍ਰਾਇੰਗੂਲਰ ਵੇਵਫਾਰਮ ਇਸ ਦੀ ਸ਼ੇਪ ਟ੍ਰਾਇੰਗਲਸ ਵਰਗੀ ਹੈ। ਇਹ ਸਾਡੀ ਬਾਈ ਡਾਇਰੈਕਸ਼ਨਲ ਹੈ, ਪੋਜ਼ਿਟਿਵ ਹਾਫ ਸਾਈਕਲ ਨੈਗੇਟਿਵ ਹਾਫ ਸਾਈਕਲ ਹੈ, ਜ਼ੀਰੋ ਐਕਸਿਸ ਨੂੰ ਕ੍ਰਾਸ ਕਰ ਰਹੀ ਹੈ। ਇਸ ਦਾ ਇੱਕ ਸਾਈਕਲ ਕਿੰਨਾ ਹੋਏਗਾ, ਇੰਨਾ, ਇੱਕ ਪੋਜ਼ਿਟਿਵ ਹਾਫ ਸਾਈਕਲ ਔਰ ਇੱਕ ਨੈਗੇਟਿਵ ਹਾਫ ਸਾਈਕਲ। ਜਦੋਂ ਇਸ ਦੀ ਵੇਵਫਾਰਮ ਬਣਨੀ ਸ਼ੁਰੂ ਹੁੰਦੀ ਹੈ, ਪੋਜ਼ਿਟਿਵ ਸਾਈਡ ਜਾਂਦੀ ਹੈ, ਤਾਂ ਅਸੀਂ ਇਸ ਸਲੋਪ, ਇਸ ਢਲਾਨ ਨੂੰ ਕਹਿੰਦੇ ਆ ਪੋਜ਼ਿਟਿਵ ਸਲੋਪ। ਜਦੋਂ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ ਨੈਕਸਟ ਹੈ ਸਾਟੂਥ ਵੇਵਫਾਰਮ। ਆਪਣੀ ਹੈਕਸਾ ਦੇ ਜਿੱਦਾਂ ਦੇ ਤੀਤ ਹੁੰਦੇ ਹੈ, ਇਸ ਵੇਵਫਾਰਮ ਦੀ ਸਟਰਕਚਰ ਉਹਦੇ ਨਾਲ ਮਿਲਦੀ ਜੁਲਦੀ ਹੈ, ਇਸੇ ਕਰਕੇ ਇਸ ਦਾ ਨਾਮ ਹੈ ਸਾਟੂਥ ਵੇਵਫਾਰਮ। ਇਸ ਦੇ ਵਿੱਚ ਇਹ ਹੁੰਦਾ ਪੋਜ਼ਿਟਿਵ ਰੈਂਪ, ਇਹ ਹੈ ਨੈਗੇਟਿਵ, ਇਸ ਦੀ ਮਿਰਰ ਇਮੇਜ। ਆਪਾਂ ਇਸ ਨੂੰ 1t ਕਾਊਂਟ ਕਰਦੇ ਹਾਂ, ਇੱਕ ਸਾਈਕਲ, ਸੈਕਿੰਡ ਸਾਈਕਲ, ਥਰਡ ਸਾਈਕਲ, ਇੱਕ ਸਾਈਕਲ ਹੈ। ਜਦੋਂ ਇੱਥੋਂ ਰੈਂਪ ਸਟਾਰਟ ਹੁੰਦਾ ਹੈਗਾ ਤਾਂ ਇਸ ਨੂੰ ਕਿਹਾ ਜਾਂਦਾ ਹੈਗਾ ਨੈਗੇਟਿਵ, ਸੌਰੀ, ਜਦੋਂ ਸਟਾਰਟ ਹੁੰਦਾ ਹੈ ਤਾਂ ਇਹਨੂੰ ਕਿਹਾ ਜਾਂਦਾ ਹੈ ਪੋਜ਼ਿਟਿਵ ਰੈਂਪ। ਜਦੋਂ ਇਧਰਲੀ ਸਾਈਡ ਨੈਗੇਟਿਵ ਵਾਲੀ ਸਾਈਡ ਇਹ ਰੈਂਪ ਖਤਮ ਹੁੰਦਾ ਹੈ ਤਾਂ ਇਹਨੂੰ ਕਿਹਾ ਜਾਂਦਾ ਹੈਗਾ ਨੈਗੇਟਿਵ ਰੈਂਪ। ਨੈਕਸਟ ਵੇਵਫਾਰਮ ਹੈ ਪਲਸ ਵੇਵਫਾਰਮ। ਇਹ ਵੇਵਫਾਰਮ यूनिडायरेक्शनल है, ये भी यूनिडायरेक्शनल है, या तो पॉजिटिव ही होएगी या फिर नेगेटिव ही होएगी। मैं पॉजिटिव बनाइया हुई हैं। जिहड़ी पल्स वेवफॉर्म है इस दे विच जिहड़ा साडा वन साइकिल है वो इत्थों तो लैके उरे तक है। ये सानू स्पाइक्स दित्तियां हुई हैं। इन्नी साडे कोल पल्स आएगी, फिर स्पेस है, नेगेटिव साइकिल स्पेस है, फिर नैक्सट पल्स स्पेस। ਜਿਹੜੀ ਆਪਾਂ ਜਦੋਂ ਪਲਸ ਦਿੰਨੇ ਆ ਇਹਨੂੰ ਕਿਹਾ ਜਾਂਦਾ ਹੈ ਮਾਰਕ। ਜਦੋਂ ਨੈਗੇਟਿਵ ਹਾਫ ਸਾਈਕਲ ਆਉਂਦਾ ਉਹਨੂੰ ਕਿਹਾ ਜਾਂਦਾ ਹੈ ਸਪੇਸ। ਬੇਸਿਕਲੀ ਇਹ ਡਿਜੀਟਲ ਸਰਕਟਸ ਦੇ ਵਿੱਚ ਜ਼ਿਆਦਾ ਵਰਤੀ ਜਾਂਦੀ ਹੈ, ਇਸੇ ਕਰਕੇ ਇਸ ਨੂੰ 01 ਜਾਂ ਮਾਰਕ ਔਰ ਸਪੇਸ ਦੇ ਨਾਲ ਡੋਨੇਟ ਕੀਤਾ ਜਾਂਦਾ ਹੈਗਾ। ਸੋ ਇਹ ਸੀ ਤੁਹਾਡਾ ਟੌਪਿਕ ਡਿਫਰੈਂਟ ਟਾਈਪ ਆਫ ਵੇਵ ਫਾਰਮਸ। ਨੈਕਸਟ ਟੌਪਿਕਸ ਨੂੰ ਸਮਝਣ ਲਈ ਇਹਨਾਂ ਵੇਵ ਫਾਰਮਸ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ, ਕਿਉਂਕਿ ਨੈਕਸਟ ਟੌਪਿਕ 'ਚ ਆਪਾਂ ਕਰਾਂਗੇ ਮਲਟੀ ਵਾਈਬ੍ਰੇਟਰ। ਉਹ ਇਹ ਵੇਵ ਫਾਰਮਸ ਨੂੰ ਬਣਾਉਂਦੇ ਨੇ, ਇਸੇ ਲਈ ਪਹਿਲਾਂ ਤੁਹਾਨੂੰ ਸਮਝਾਇਆ ਗਿਆ ਕਿ ਕਿਹੜੀਆਂ-ਕਿਹੜੀਆਂ ਵੇਵ ਫਾਰਮਸ ਹੁੰਦੀਆਂ ਨੇ। ਥੈਂਕ ਯੂ।